ਗੌਰਮੈਂਟ ਜਿੰਨਾ ਚਾਹੇ ਓਨਾ ਪੈਸਾ ਛਾਪ ਸਕਦੀ ਹੈ ਤੇ ਫਿਰ ਗੌਰਮੈਂਟ ਕਿਉਂ ਨਹੀਂ ਬਹੁਤ ਸਾਰੇ ਪੈਸੇ ਛਾਪ ਕੇ ਗਰੀਬੀ ਖਤਮ ਕਰ ਦਿੰਦੀ। ਅੱਜ ਦੇ ਦਿਨ $1 ਦੇ ਮੁਕਾਬਲੇ 80 ਰੁਪਏ ਕਿਉਂ ਹੋ ਗਏ ਹਨ? ਇਹ ਕੌਣ ਫੈਸਲਾ ਕਰਦਾ ਹੈ ਵੀ $1 ਦੇ ਮੁਕਾਬਲੇ 70 ਰੁਪਏ ਰਹਿਣੇ ਜਾਂ 80 ਰਹਿਣੇ ਜਾਂ 60 ਰਹਿਣੇ ਆ? ਤੇ ਜੇ ਕੋਈ ਇਹ ਫੈਸਲਾ ਕਰ ਵੀ ਰਿਹਾ ਤੇ ਆਪਾਂ ਇਸ ਫੈਸਲੇ ਨੂੰ ਕਿਉਂ ਮੰਨੀ ਜਾਂਦੇ ਹਾਂ ਚੁੱਪ ਕਰਕੇ? ਇਤਿਹਾਸ 'ਚ ਐਵੇਂ ਦਾ ਕੀ ਹੋਇਆ ਕਿ ਸਾਰੇ ਦੇਸ਼ ਆਪਣੀ ਕਰੰਸੀ ਛੱਡ ਕੇ ਡਾਲਰ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ ਰਜ਼ਾਮੰਦ ਹੋ ਗਏ ਸੀ? ਕਿਉਂ ਸਾਰੇ ਦੇਸ਼ ਇੰਟਰਨੈਸ਼ਨਲ ਕਰੰਸੀ ਡਾਲਰ ਵਿੱਚ ਹੀ ਲੈਣ ਦੇਣ ਕਰਦੇ ਆ? ਆਪਾਂ ਇਹਨੂੰ ਇੱਕ ਐਗਜ਼ਾਮਪਲ ਨਾਲ ਸ਼ੁਰੂ ਕਰਦੇ ਹਾਂ। ਜਿਵੇਂ ਮੰਨ ਲਓ ਵੀ ਆਪਾਂ ਇੱਕ ਸੈਕਿੰਡ ਹੈਂਡ ਮੋਬਾਈਲ ਵੇਚਣਾ ਅਤੇ ਉਸ ਨੂੰ ਲੈਣ ਲਈ 100 ਜਣੇ ਆਏ ਹੋਏ ਆ ਅਤੇ ਆਪਾਂ ਉਹਦਾ ਰੇਟ ਰੱਖਿਆ ਹੋਇਆ 500। ਅਤੇ ਜਦੋਂ ਆਪਾਂ ਉਹਨੂੰ ਵੇਚਣ ਲਈ ਬਾਹਰ ਨਿਕਲਦੇ ਹਾਂ ਘਰ ਤੋਂ ਅਤੇ ਆਪਾਂ ਦੇਖਦੇ ਹਾਂ ਵੀ ਉਹਨੂੰ ਲੈਣ ਲਈ 100 ਨਹੀਂ 1000 ਲੋਕ ਖੜ੍ਹੇ ਹੋਏ ਆ ਅਤੇ ਆਪਾਂ ਉੱਥੇ ਕੀ ਕਰਾਂਗੇ? ਆਪਾਂ ਆਪਣੇ ਮੋਬਾਈਲ ਦਾ ਰੇਟ ਅੱਪ ਕਰ ਦਾਂਗੇ। ਆਪਾਂ ਉਸੇ ਫੋਨ ਦਾ ਰੇਟ 1000 ਰੁਪਈਆ ਕਵਾਂਗੇ। ਜੇ ਹਜੇ ਵੀ 500 ਲੋਕ ਖੜ੍ਹੇ ਆ ਅਤੇ 500 ਚਲੇ ਗਏ, ਆਪਾਂ ਹਜੇ ਵੀ ਆਪਾਂ ਆਪਦਾ ਰੇਟ ਅੱਪ ਹੀ ਰੱਖਾਂਗੇ। ਜਦੋਂ ਜਿੰਨਾ ਟਾਈਮ ਅਖੀਰਲੇ 10 ਲੋਕ ਨਹੀਂ ਰਹਿ ਜਾਂਦੇ, ਆਪਾਂ ਓਨਾ ਚਿਰ ਆਪਣਾ ਪ੍ਰਾਈਸ ਥੱਲੇ ਨਹੀਂ ਕਰਾਂਗੇ। ਅਖੀਰ 'ਤੇ ਆਪਾਂ ਜਦੋਂ 10 ਲੋਕ ਰਹਿ ਗਏ, ਉਹਨਾਂ 10 'ਚੋਂ ਕਿਸੇ ਇੱਕ ਨੂੰ ਆਪਦਾ ਮੋਬਾਈਲ 1000 ਰੁਪਏ ਵਿੱਚ ਵੇਚ ਦੇਵਾਂਗੇ। ਇੱਥੇ ਕਿਸ ਚੀਜ਼ ਨੇ ਕੰਮ ਕੀਤਾ? ਡਿਮਾਂਡ ਐਂਡ ਸਪਲਾਈ ਨੇ। ਵੀ ਉਹ ਫੋਨ ਲੈਣ ਕਿਉਂ ਆਏ? ਕਿਉਂਕਿ ਉਹ ਫੋਨ ਉਹਨਾਂ ਨੂੰ ਹੋਰ ਕਿਤੋਂ ਨਹੀਂ ਮਿਲ ਰਿਹਾ ਸੀ। ਅਤੇ ਆਪਾਂ ਰੇਟ ਕਿਉਂ ਹਾਈ ਕਿਉਂ ਕੀਤਾ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਫੋਨ ਦੀ ਲੋੜ ਸੀਗੀ। ਆਪਾਂ ਇਸ ਕਰਕੇ ਰੇਟ ਆਪਦੀ ਮਰਜ਼ੀ ਦਾ ਲਿਆ। ਇਸੇ ਤਰ੍ਹਾਂ ਹੀ ਹਰੇਕ ਪ੍ਰੋਡਕਟ ਦੇ ਰੇਟ ਤੈਅ ਕੀਤੇ ਜਾਂਦੇ ਆ। ਜਿਵੇਂ ਆਪਾਂ ਫਲ ਲੈਣ ਲਈ ਬਾਜ਼ਾਰ ਵਿੱਚ ਜਾਂਦੇ ਹਾਂ ਤਾਂ ਸੇਬ ਦਾ ਰੇਟ ਜ਼ਿਆਦਾ ਹੁੰਦਾ ਅਤੇ ਕੇਲੇ ਦਾ ਰੇਟ ਘੱਟ ਹੁੰਦਾ। ਉੱਥੇ ਕਾਰਨ ਇਹ ਨਹੀਂ ਹੈ ਕਿ ਸੇਬ ਦਾ ਰੰਗ ਲਾਲ ਹੈ ਇਸ ਕਰਕੇ ਸੇਬ ਮਹਿੰਗਾ। ਸੇਬ ਇਸ ਕਰਕੇ ਮਹਿੰਗਾ ਕਿਉਂਕਿ ਉਸਦੀ ਸਪਲਾਈ ਘੱਟ ਆ ਅਤੇ ਡਿਮਾਂਡ ਜ਼ਿਆਦਾ। ਲੋਕਾਂ ਨੂੰ ਜ਼ਿਆਦਾ ਸੇਬ ਚਾਹੀਦਾ ਪਰ ਪਿੱਛੋਂ ਇੰਨਾ ਸੇਬ ਆ ਨਹੀਂ ਰਿਹਾ, ਇਸ ਕਰਕੇ ਸੇਬ ਦੀ ਪ੍ਰਾਈਸ ਇੰਨੇ ਹਾਈ ਆ। ਇਸੇ ਤਰ੍ਹਾਂ ਜਦੋਂ ਸਬਜ਼ੀ ਮਹਿੰਗੀ ਹੁੰਦੀ ਆ ਜਾਂ ਕੋਈ ਵੀ ਖਾਣ ਪੀਣ ਵਾਲੀ ਸਮਾਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਮਹਿੰਗਾ ਹੁੰਦਾ ਅਤੇ ਉਸ ਦਾ ਰੇਟ ਇਸ ਲਈ ਵੱਧਦਾ ਕਿਉਂਕਿ ਉਹਦੀ ਡਿਮਾਂਡ ਜ਼ਿਆਦਾ ਹੁੰਦੀ ਆ ਅਤੇ ਸਪਲਾਈ ਉਹਦੀ ਘੱਟ ਹੁੰਦੀ ਆ। ਮਤਲਬ ਕਿ ਉਹ ਚੀਜ਼ ਦੇਸ਼ ਵਿੱਚ ਘੱਟ ਆ ਰਹੀ ਆ ਪਰ ਚਾਹੀਦੀ ਬਹੁਤ ਸਾਰੇ ਲੋਕਾਂ ਨੂੰ ਆ। ਹੁਣ ਮੰਨ ਲਓ ਇੱਕ ਕੰਪਨੀ ਨੇ 100 ਕਾਰਾਂ ਬਣਾਈਆਂ ਅਤੇ ਇੱਕ ਕਾਰ ਦਾ ਰੇਟ ਉਹਨਾਂ ਨੇ 1 ਲੱਖ ਰੁਪਈਆ ਰੱਖਿਆ। ਹੁਣ ਜਿਨ੍ਹਾਂ 10 ਲੋਕਾਂ ਕੋਲ ਪੈਸੇ ਹੈਗੇ ਸੀ ਉਹ ਕਾਰ ਲੈਣ ਲਈ ਜਾਣਗੇ ਅਤੇ ਜਿਹੜੇ ਬਾਕੀ ਆ ਉਹ ਲੋਕ ਉਸੇ ਤਰ੍ਹਾਂ ਗੁਜ਼ਾਰਾ ਕਰਨਗੇ ਬਾਈਕ 'ਤੇ ਜਾਂ ਸਾਈਕਲ 'ਤੇ ਜਾਂ ਰੈਂਟ 'ਤੇ ਬੱਸ ਦਾ ਸਫ਼ਰ ਕਰਕੇ ਜਾਂ ਆਟੋ ਦਾ ਸਫ਼ਰ ਕਰਕੇ। ਪਰ ਜੇ ਗੌਰਮੈਂਟ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਸਾ ਛਾਪ ਕੇ ਅਤੇ ਲੋਕਾਂ ਵਿੱਚ ਵੰਡ ਦਿੰਦੀ ਆ ਤਾਂ ਉਹਦੇ ਨਾਲ ਕੀ ਹੋਊਗਾ? ਜਿੱਥੇ ਕਾਰ ਲੈਣ ਲਈ 10 ਲੋਕ ਗਏ ਸੀਗੇ ਉੱਥੇ ਹੁਣ ਕਾਰ ਲੈਣ ਲਈ 100 ਲੋਕ ਜਾਣਗੇ, 1000 ਲੋਕ ਜਾਣਗੇ। ਪਰ ਕੰਪਨੀ ਕੋਲੇ ਕਾਰਾਂ ਸਿਰਫ 100 ਹੀ ਆ। ਇੱਥੇ ਹੁਣ ਕੰਪਨੀ ਕੀ ਕਰੂਗੀ? ਕੰਪਨੀ ਸੇਮ ਆਪਣੇ ਮੋਬਾਈਲ ਵਾਲੀ ਐਗਜ਼ਾਮਪਲ ਦੀ ਤਰ੍ਹਾਂ ਰਿਐਕਟ ਕਰੂਗੀ। ਕੰਪਨੀ ਆਪਦੀ ਕਾਰਾਂ ਦਾ ਰੇਟ ਹਾਈ ਕਰ ਦੂਗੀ ਕਿਉਂਕਿ ਉਹਨਾਂ ਨੂੰ ਪਤਾ ਵੀ ਕਾਰ ਲੈਣ ਲਈ ਬਹੁਤ ਸਾਰੇ ਲੋਕ ਆ ਗਏ ਆ ਪਰ ਕਾਰਾਂ 100 ਹੀ ਆ। ਇਸੇ ਤਰ੍ਹਾਂ ਜ਼ਿੰਬਾਬਵੇ ਦੀ ਸਰਕਾਰ ਨੇ ਇੱਕ ਵਾਰੀ ਕੀਤਾ ਸੀ ਵੀ ਆਪਦੀ ਕਰੰਸੀ ਨੂੰ ਸੁਧਾਰਨ ਲਈ ਉਹਨਾਂ ਨੇ 10 ਕਰੋੜ ਤੱਕ ਦਾ ਨੋਟ ਛਾਪ ਦਿੱਤਾ ਸੀ ਅਤੇ ਅੰਨ੍ਹੇਵਾਹ ਪੈਸੇ ਛਾਪ ਕੇ ਲੋਕਾਂ ਵਿੱਚ ਵੰਡ ਦਿੱਤੇ ਸੀ। ਅਤੇ ਉੱਥੇ ਹਾਲਾਤ ਕੀ ਹੋਏ ਸੀ? ਲੋਕ ਪੈਸਿਆਂ ਦੀ ਬੋਰੀ ਭਰ ਕੇ ਬ੍ਰੈਡ ਲੈਣ ਜਾਂਦੇ ਸੀਗੇ ਅਤੇ ਜਵਾਕ 4-4 ਗੁੱਟੀਆਂ ਨੋਟਾਂ ਦੀਆਂ ਲੈ ਕੇ ਇੱਕ ਟੌਫੀ ਖਰੀਦਣ ਜਾਂਦੇ ਸੀ। ਹੋਇਆ ਉੱਥੇ ਕੀ? ਉੱਥੇ ਇਨਫਲੇਸ਼ਨ ਹੋ ਗਿਆ। ਇਨਫਲੇਸ਼ਨ ਕਿਉਂ ਹੋਇਆ? ਕਿਉਂਕਿ ਸਰਕਾਰ ਨੇ ਪੈਸਾ ਤਾਂ ਬਹੁਤ ਸਾਰਾ ਛਾਪ ਦਿੱਤਾ ਪਰ ਜਿਹੜੀਆਂ ਕੰਪਨੀਆਂ ਆਪਣੇ ਪ੍ਰੋਡਕਟ ਵੇਚਦੀਆਂ ਸੀ ਉਹਨਾਂ ਨੇ ਆਪਣੇ ਰੇਟ ਉਨੇ ਹੀ ਹਾਈ ਕਰ ਦਿੱਤੇ। ਜਦੋਂ ਸਰਕਾਰ ਬਹੁਤ ਸਾਰਾ ਪੈਸਾ ਛਾਪ ਕੇ ਜੇ ਲੋਕਾਂ ਵਿੱਚ ਜਾਂ ਜਨਤਾ ਵਿੱਚ ਵੰਡ ਦਿੰਦੀ ਹੈ ਤਾਂ ਉਹਦੇ ਨਾਲ ਹਾਲਾਤ ਸੁਧਰਨੇ ਨਹੀਂ, ਉਹਦੇ ਨਾਲ ਮਹਿੰਗਾਈ ਹੋਰ ਜ਼ਿਆਦਾ ਵੱਧ ਜਾਊਗੀ ਕਿਉਂਕਿ ਚੀਜ਼ ਦੀ ਡਿਮਾਂਡ ਵਧੂਗੀ ਕਿਉਂਕਿ ਹਰੇਕ ਕੋਲੇ ਪੈਸਾ ਹੋਊਗਾ ਅਤੇ ਜਦੋਂ ਚੀਜ਼ ਦੀ ਡਿਮਾਂਡ ਵਧੂਗੀ ਤਾਂ ਰੇਟ ਹਾਈ ਹੋਣਾ ਹੀ ਆ ਕਿਉਂਕਿ ਓਨੀ ਸਪਲਾਈ ਪਿੱਛੋਂ ਨਹੀਂ ਆਉਣੀ। ਅਤੇ ਜਿਹੜੀਆਂ ਚੀਜ਼ਾਂ ਹੋਣਗੀਆਂ ਦੇਸ਼ 'ਚ ਉਹਨਾਂ ਦੇ ਰੇਟ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਜਾਣਗੇ। ਅਸਲ ਵਿੱਚ ਫਾਇਦਾ ਉਦੋਂ ਹੁੰਦਾ ਹੈ ਜਦੋਂ ਰਿਸੋਰਸ ਵੱਧਦੇ ਆ ਪੈਸਾ ਕਮਾਉਣ ਦੇ, ਨਾ ਕਿ ਸਰਕਾਰ ਪੈਸਾ ਛਾਪ ਕੇ ਲੋਕਾਂ ਵਿੱਚ ਵੰਡ ਦੇਵੇ। ਇਹਦੇ ਨਾਲ ਕੋਈ ਸੁਧਾਰ ਨਹੀਂ ਹੋਣਾ। ਹੁਣ ਆਪਾਂ ਸਾਰੇ ਮਾਮਲੇ 'ਚ ਦੇਖਿਆ ਵੀ ਹਰੇਕ ਚੀਜ਼ ਘੁੰਮ ਫਿਰ ਕੇ ਡਿਮਾਂਡ ਐਂਡ ਸਪਲਾਈ 'ਤੇ ਆ ਕੇ ਖੜ ਜਾਂਦੀ ਹੈ। ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਪੈਸਾ ਹੈਗਾ ਕੀ ਹੈ। ਹੁਣ ਆਪਾਂ ਇੱਕ ਪ੍ਰੋਜੈਕਟ ਨਾਲ ਸਭ ਕੁਝ ਸਮਝਦੇ ਹਾਂ ਵੀ ਪੈਸਾ ਕੀ ਆ। ਤੁਹਾਨੂੰ ਕੋਈ ਵੀ ਪੈਸਾ ਕਿਉਂ ਦਿੰਦਾ ਹੈ? ਜਦੋਂ ਤੁਸੀਂ ਉਹਨੂੰ ਕੁਝ ਵੈਲਿਊ ਦਿੰਦੇ ਹੋ। ਵੈਲਿਊ ਮਤਲਬ ਪੈਸੇ ਦੇ ਬਦਲੇ ਤੁਸੀਂ ਜਾਂ ਤਾਂ ਉਹਨੂੰ ਕੋਈ ਚੀਜ਼ ਦਿੰਦੇ ਹੋ ਜਾਂ ਉਹਦੇ ਲਈ ਕੋਈ ਕੰਮ ਕਰਦੇ ਹੋ ਪੈਸੇ ਬਦਲੇ। ਜਿਵੇਂ ਆਪਾਂ ਆਫਿਸ 'ਚ ਕੰਮ ਕਰਦੇ ਹਾਂ ਸਾਰਾ ਦਿਨ ਅਤੇ ਉਹਦੇ ਬਦਲੇ ਆਪਾਂ ਨੂੰ ਪੈਸੇ ਮਿਲਦੇ ਆ ਅਤੇ ਆਪਾਂ ਉਹਨੂੰ ਕੀ ਦਿੱਤਾ? ਆਪਾਂ ਉੱਥੇ ਸਾਰਾ ਦਿਨ ਕੰਮ ਕਰਕੇ ਉਸ ਪੈਸੇ ਦੀ ਵੈਲਿਊ ਦਿੱਤੀ। ਮਤਲਬ ਮਨੀ ਇਕੁਅਲ ਟੂ ਵੈਲਿਊ। ਮਨੀ ਦੇ ਬਰਾਬਰ ਹੀ ਵੈਲਿਊ ਹੁੰਦੀ ਹੈ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਅਲੱਗ-ਅਲੱਗ ਟਾਈਮ 'ਤੇ ਮਨੀ ਦੀ ਅਲੱਗ-ਅਲੱਗ ਵੈਲਿਊ ਰਹੀ ਆ। ਪਹਿਲਾਂ ਲੋਕ ਦੁੱਧ ਅਤੇ ਅਨਾਜ ਦੇ ਕੇ ਲੋਕਾਂ ਤੋਂ ਕੰਮ ਕਰਵਾਉਂਦੇ ਸੀ। ਹੌਲੀ ਹੌਲੀ ਲੋਕਾਂ 'ਚ ਉਹਨਾਂ ਚੀਜ਼ਾਂ ਦਾ ਰੁਝਾਨ ਵਧਿਆ ਜਿਹੜੀਆਂ ਲੰਮੇ ਸਮੇਂ ਤੱਕ ਖਰਾਬ ਨਾ ਹੋਣ ਕਿਉਂਕਿ ਦੁੱਧ ਅਤੇ ਅਨਾਜ ਖਰਾਬ ਹੋ ਜਾਂਦੇ ਸੀਗੇ। ਇਸ ਕਰਕੇ ਲੋਕਾਂ ਦਾ ਰੁਝਾਨ ਸੋਨੇ ਅਤੇ ਚਾਂਦੀ ਵੱਲ ਆਇਆ ਅਤੇ ਲੋਕ ਸੋਨਾ ਚਾਂਦੀ ਦੇ ਕੇ ਕੰਮ ਕਰਵਾਉਣ ਲੱਗ ਪਏ।
ਪਰ ਇੱਕ ਸਮੱਸਿਆ ਆਉਣ ਲੱਗ ਪਈ ਵੀ ਗੋਲਡ ਨੂੰ ਕੋਲ ਰੱਖਣਾ ਖਤਰੇ ਦਾ ਕੰਮ ਹੋ ਗਿਆ, ਕਿਉਂਕਿ ਲੁੱਟਾਂ ਖੋਹਾਂ ਜ਼ਿਆਦਾ ਹੁੰਦੀਆਂ ਸੀ। ਤੇ ਦੂਜੀ ਸਭ ਤੋਂ ਵੱਡੀ ਦਿੱਕਤ ਇਹ ਆ ਰਹੀ ਸੀ, ਜਦੋਂ ਕੋਈ ਵੱਡੀ ਡੀਲ ਕਰਨੀ ਹੁੰਦੀ ਸੀ ਤਾਂ ਬਹੁਤ ਸਾਰਾ ਗੋਲਡ ਜਾਂ ਚਾਂਦੀ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ 'ਚ ਬਹੁਤ ਰਿਸਕ ਤੇ ਦਿੱਕਤ ਹੁੰਦੀ ਸੀ। ਫਿਰ ਗੌਰਮੈਂਟ ਨੇ ਲੋਕਾਂ ਨੂੰ ਇੱਕ ਆਪਸ਼ਨ ਦਿੱਤੀ ਵੀ ਤੁਸੀਂ ਗੋਲਡ ਸਰਕਾਰ ਕੋਲੇ ਰੱਖ ਦਿਓ ਤੇ ਉਹਦੇ ਬਦਲੇ ਤੁਹਾਨੂੰ ਇੱਕ ਪਰਚੀ ਮਿਲੂਗੀ ਤੇ ਉਸ ਪਰਚੀ ਦੀ ਵੈਲਿਊ ਗੋਲਡ ਦੇ ਬਰਾਬਰ ਹੋਊਗੀ। ਤੁਹਾਨੂੰ ਗੋਲਡ ਲੈ ਕੇ ਘੁੰਮਣ ਦੀ ਲੋੜ ਨਹੀਂ ਸੀਗੀ, ਤੁਸੀਂ ਪਰਚੀ ਸਾਹਮਣੇ ਵਾਲੇ ਇਨਸਾਨ ਨੂੰ ਦੇ ਕੇ ਆਪਣਾ ਕੰਮ ਕਰਵਾ ਸਕਦੇ ਸੀ, ਕਿਉਂਕਿ ਉਸ ਪਰਚੀ ਦੀ ਵੈਲਿਊ ਉਸ ਗੋਲਡ ਦੇ ਬਰਾਬਰ ਸੀ ਜੋ ਤੁਸੀਂ ਸਰਕਾਰ ਕੋਲ ਰੱਖਿਆ। ਮਤਲਬ ਉਸ ਪਰਚੀ ਤੇ ਜਿੰਨਾ ਵੀ ਸੋਨਾ ਲਿਖਿਆ ਹੋਇਆ ਸੀਗਾ, ਉਹ ਪਰਚੀ ਜਿਸ ਕੋਲ ਵੀ ਹੁੰਦੀ ਸੀਗੀ ਉਹ ਗੋਲਡ ਉਸ ਦਾ ਹੋ ਜਾਂਦਾ ਸੀਗਾ। ਇਹੀ ਪਰਚੀ ਅੱਗੇ ਜਾ ਕੇ ਅੱਜ ਆਪਣੇ ਕੋਲੇ ਕਰੰਸੀ ਦੇ ਰੂਪ ਵਿੱਚ ਹੈਗੀ ਆ। ਜਿਹੜੇ ਆਪਣੀਆਂ ਜੇਬਾਂ 'ਚ ਨੋਟ ਆ, ਇਹ ਉਹੀ ਪਰਚੀ ਆਪਾਂ ਕਹਿ ਸਕਦੇ ਹਾਂ। ਆਪਾਂ ਨੂੰ ਗੋਲਡ ਦੇ ਬਦਲੇ ਉਹ ਪਰਚੀ ਜਾਂ ਨੋਟ ਅੱਜ ਆਪਣੀਆਂ ਜੇਬਾਂ ਵਿੱਚ। ਗੌਰਮੈਂਟ ਤੁਹਾਨੂੰ ਸਾਈਨ ਕਰਕੇ ਦਿੰਦੀ ਆ, ਤੁਸੀਂ ਧਿਆਨ ਨਾਲ ਨੋਟ ਤੇ ਦੇਖਿਓ, ਉਸ ਦੇ ਉੱਪਰ ਦੇਸ਼ ਦੇ ਗਵਰਨਰ ਨੇ ਸਾਈਨ ਕੀਤੇ ਹੁੰਦੇ ਆ। ਤੁਸੀਂ ਇਹ ਪਰਚੀ ਲੈ ਕੇ ਤੁਸੀਂ ਸਾਰੇ ਦੇਸ਼ ਵਿੱਚ ਕਿਤੇ ਵੀ ਲੈਣ ਦੇਣ ਕਰ ਸਕਦੇ ਹੋ। ਇਸੇ ਕਰਕੇ ਨੋਟ ਉੱਪਰ ਲਿਖਿਆ ਹੁੰਦਾ ਹੈ, ਮੈਂ ਧਾਰਕ ਕੋ ਇਤਨੇ ਪੈਸੇ ਦੇਣੇ का वचन देता हूँ। ਜਿੰਨੇ ਦਾ ਵੀ ਨੋਟ ਹੁੰਦਾ ਓਨਾ ਹੀ ਉਸ ਉੱਤੇ ਵਚਨ ਲਿਖਿਆ ਹੁੰਦਾ, ਮਤਲਬ ਓਨੀ ਹੀ ਉਸ ਨੋਟ ਦੀ ਵੈਲਿਊ ਹੁੰਦੀ ਹੈ। ਜਦੋਂ 500 ਤੇ 1000 ਦੇ ਨੋਟ ਬੰਦ ਹੋਏ ਸੀ ਤਾਂ ਉਦੋਂ ਸਰਕਾਰ ਨੇ 500 ਤੇ 1000 ਦੇ ਨੋਟ ਤੋਂ ਆਪਣਾ ਵਚਨ ਵਾਪਸ ਲੈ ਲਿਆ ਸੀ ਤੇ ਉਸੇ ਸਮੇਂ ਰਾਤ ਦੇ 12 ਵਜੇ ਇਹ ਨੋਟ ਮਿੱਟੀ ਹੋ ਗਏ ਸੀ। ਉਸ ਸਮੇਂ 500 ਤੇ 1000 ਦੇ ਨੋਟ ਸਿਰਫ ਕਾਗਜ਼ ਦੇ ਟੁਕੜੇ ਰਹਿ ਗਏ ਸੀ, ਕਿਉਂਕਿ ਸਰਕਾਰ ਨੇ ਆਪਣਾ ਵਚਨ ਇਹਨਾਂ ਦੋਵਾਂ ਨੋਟਾਂ ਤੋਂ ਵਾਪਸ ਲੈ ਲਿਆ ਸੀ। ਹੁਣ ਆਪਾਂ ਆਪਦੇ ਦੇਸ਼ 'ਚ ਤਾਂ ਇਸ ਨੋਟ ਦੇ ਉੱਪਰ ਜਿਹੜਾ ਵਚਨ ਲਿਖਿਆ ਉਸ ਨੂੰ ਮੰਨ ਕੇ ਲੈਣ ਦੇਣ ਕਰ ਲੈਂਦੇ ਆ, ਪਰ ਜਦੋਂ ਲੋਕਾਂ ਨੇ ਕਿਸੇ ਹੋਰ ਦੇਸ਼ ਨਾਲ ਲੈਣ ਦੇਣ ਕਰਨਾ ਸੀ ਤਾਂ ਉਦੋਂ ਫਿਰ ਲੋਕ ਕੀ ਕਰਦੇ। ਜਿਵੇਂ ਕਿ ਜੇ ਇੰਡੀਆ ਨੇ USA ਨਾਲ ਲੈਣ ਦੇਣ ਕਰਨਾ ਸੀ ਤਾਂ ਉਹ ਕਿਹੜੀ ਕਰੰਸੀ ਵਿੱਚ ਕਰਨਗੇ, ਇੰਡੀਆ ਦੀ ਕਰੰਸੀ ਨਾਲ ਕਿ US ਦੀ ਕਰੰਸੀ ਨਾਲ। ਇਹ ਬਹੁਤ ਵੱਡੀ ਦਿੱਕਤ ਸੀ। ਉਸ ਸਮੇਂ ਕੋਈ ਵੀ ਕਰੰਸੀ ਐਵੇਂ ਦੀ ਨਹੀਂ ਸੀ ਜਿਸ ਤੇ ਸਾਰੇ ਦੇਸ਼ ਯਕੀਨ ਕਰਨ। ਜਿਵੇਂ ਆਪਾਂ ਅਮਰੀਕਾ ਨੂੰ ਕੁਝ ਦਿੱਤਾ ਤੇ ਉਹਨਾਂ ਤੋਂ ਡਾਲਰ ਲੈ ਲਏ ਤੇ ਅੱਗੇ ਰਸ਼ੀਆ ਤੋਂ ਆਪਾਂ ਕੁਝ ਖਰੀਦਣਾ ਤਾਂ ਰਸ਼ੀਆ ਵਾਲੇ ਕਹਿਣਗੇ ਕਿ ਵੀ ਅਸੀਂ ਡਾਲਰ ਨਹੀਂ ਲੈਂਦੇ। ਇਸ ਤਰ੍ਹਾਂ ਇਹ ਦਿੱਕਤ ਬਹੁਤ ਵੱਡੀ ਆ ਰਹੀ ਸੀ ਉਸ ਸਮੇਂ। ਪਰ ਸਾਰੇ ਦੇਸ਼ਾਂ ਨੂੰ ਗੋਲਡ ਤੇ ਚਾਂਦੀ ਤੇ ਯਕੀਨ ਹੈਗਾ ਸੀ, ਪਰ ਹਰੇਕ ਲੈਣ ਦੇਣ ਤੇ ਗੋਲਡ ਤੇ ਚਾਂਦੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਬਹੁਤ ਔਖਾ ਸੀ। ਇਸ ਲਈ ਇੱਕ ਸਿਸਟਮ ਲਿਆਂਦਾ ਗਿਆ, ਗੋਲਡ ਸਟੈਂਡਰਡ ਸਿਸਟਮ। ਇਹਦੇ 'ਚ ਦੇਸ਼ ਦੀ ਕਰੰਸੀ ਨੂੰ ਗੋਲਡ ਨਾਲ ਅਟੈਚ ਕਰ ਦਿੱਤਾ ਗਿਆ। ਇਹ ਅਟੈਚ ਕਰਨ ਦਾ ਕੀ ਮਤਲਬ ਸੀਗਾ, ਇਸ ਨੂੰ ਸਮਝਦੇ ਹਾਂ ਹੁਣ ਆਪਾਂ। ਮੰਨ ਲਓ ਇੰਡੀਆ ਨੇ ਅਨਾਉਂਸ ਕੀਤਾ ਵੀ 1 ਗ੍ਰਾਮ ਗੋਲਡ ਦੀ ਕੀਮਤ 20 ਰੁਪਏ ਆ। ਜੇ ਕੋਈ 20 ਰੁਪਏ ਲੈ ਕੇ ਆਉਂਦਾ ਹੈ ਤਾਂ ਉਹਨੂੰ ਇੰਡੀਆ ਦੀ ਗੌਰਮੈਂਟ 1 ਗ੍ਰਾਮ ਗੋਲਡ ਦੇਊਗੀ। ਜੇ ਕੋਈ 1 ਗ੍ਰਾਮ ਗੋਲਡ ਲੈ ਕੇ ਆਉਂਦਾ ਹੈ ਤਾਂ ਉਹਨੂੰ 20 ਰੁਪਏ ਮਿਲ ਜਾਣਗੇ। 1 ਗ੍ਰਾਮ ਗੋਲਡ ਇਕੁਅਲ 20 ਰੁਪਏ। ਇਸ ਤਰ੍ਹਾਂ USA ਨੇ ਕੀਤਾ ਵੀ 1 ਗ੍ਰਾਮ ਗੋਲਡ ਦੀ ਵੈਲਿਊ $2 ਰੱਖੀ ਉਹਨਾਂ ਨੇ। 1 ਗ੍ਰਾਮ ਗੋਲਡ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ $2 ਮਿਲ ਜਾਣਗੇ। ਹੁਣ $2 1 ਗ੍ਰਾਮ ਗੋਲਡ ਦੇ ਬਰਾਬਰ ਤੇ 20 ਰੁਪਏ 1 ਗ੍ਰਾਮ ਗੋਲਡ ਦੇ ਬਰਾਬਰ। ਹੁਣ ਆਟੋਮੈਟਿਕ $2 ਹੋ ਗਏ 20 ਰੁਪਏ ਦੇ ਬਰਾਬਰ ਤੇ $1 ਦੀ ਵੈਲਿਊ ਹੋਈ 10 ਰੁਪਏ। ਹੁਣ ਦੇਸ਼ਾਂ ਨੂੰ ਲੈਣ ਦੇਣ ਵਿੱਚ ਦਿੱਕਤ ਨਹੀਂ ਰਹੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਵੀ ਕਰੰਸੀ ਆ ਰਹੀ ਹੈ ਉਹਨੂੰ ਉਹ ਜਦੋਂ ਵੀ ਚਾਹੁਣ ਗੋਲਡ ਵਿੱਚ ਬਦਲ ਸਕਦੇ ਆ। ਪਰ ਇਹਦੇ 'ਚ ਵੀ ਇੱਕ ਦਿੱਕਤ ਸੀ ਵੀ ਆਪਾਂ ਕਿਸੇ ਦੇਸ਼ ਤੋਂ ਕਰੰਸੀ ਲਈ ਜਾਈਏ ਤੇ ਉਹਨੂੰ ਆਪਾਂ ਆਪਦਾ ਸਮਾਨ ਵੇਚੀ ਜਾਈਏ ਤੇ ਜਦੋਂ ਉਸ ਕਰੰਸੀ ਨੂੰ ਗੋਲਡ 'ਚ ਬਦਲਣ ਦਾ ਟਾਈਮ ਆਵੇ ਤਾਂ ਉਸ ਦੇਸ਼ ਕੋਲ ਇੰਨਾ ਗੋਲਡ ਹੀ ਨਾ ਹੋਵੇ ਜਿੰਨੀ ਆਪਾਂ ਉਹਨਾਂ ਤੋਂ ਕਰੰਸੀ ਲੈ ਲਈਏ। ਇਸ ਕਰਕੇ ਇਹ ਰੂਲ ਪਾਸ ਹੋਇਆ ਵੀ ਪੂਰੇ ਵਰਲਡ 'ਚ ਕੋਈ ਵੀ ਦੇਸ਼ ਓਨੇ ਹੀ ਨੋਟ ਛਾਪ ਸਕਦਾ ਹੈ ਜਿੰਨਾ ਉਸ ਕੋਲ ਗੋਲਡ ਹੈ। ਕੁੱਲ ਮਿਲਾ ਕੇ ਜੋ ਵੀ ਲੈਣ ਦੇਣ ਹੁੰਦਾ ਉਹ ਗੋਲਡ 'ਚ ਹੀ ਹੁੰਦਾ ਹੈ। ਨੋਟ ਤਾਂ ਬਸ ਇੱਕ ਸੌਖਾ ਤਰੀਕਾ। ਪਰ ਹੁਣ ਇੱਥੇ ਤੁਹਾਨੂੰ ਫਿਰ ਹੈਰਾਨੀ ਹੋਵੇਗੀ, ਕਿਉਂਕਿ ਬਾਅਦ ਵਿੱਚ ਗੋਲਡ ਸਟੈਂਡਰਡ ਵਾਲਾ ਸਿਸਟਮ ਵੀ ਖਤਮ ਕਰ ਦਿੱਤਾ ਗਿਆ। ਡਾਲਰ ਨੂੰ ਗੋਲਡ ਦੀ ਜਗ੍ਹਾ ਰੱਖ ਕੇ ਸਾਰੇ ਦੇਸ਼ ਲੈਣ ਦੇਣ ਕਰਨ ਲੱਗੇ। ਹੁਣ ਤੁਸੀਂ ਸੋਚੋਗੇ ਵੀ ਜਦੋਂ ਸਾਰਾ ਕੁਝ ਸਹੀ ਸੀ ਤੇ ਵਧੀਆ ਚੱਲ ਰਿਹਾ ਸੀ ਤਾਂ ਗੋਲਡ ਸਟੈਂਡਰਡ ਖਤਮ ਕਿਉਂ ਕੀਤਾ ਗਿਆ। ਜਦੋਂ ਵਰਲਡ ਵਾਰ 1 ਸ਼ੁਰੂ ਹੋਈ ਤਾਂ ਸਾਰੇ ਦੇਸ਼ ਲੜਾਈ 'ਚ ਉਤਰ ਆਏ ਤੇ ਹਥਿਆਰ ਖਰੀਦਣ ਲੱਗੇ ਤੇ ਸਾਰਾ ਗੋਲਡ USA ਕੋਲ ਜਾਣ ਲੱਗ ਪਿਆ ਕਰੰਸੀ ਦੇ ਰੂਪ ਵਿੱਚ, ਕਿਉਂਕਿ USA ਹੀ ਸਾਰੀ ਦੁਨੀਆ ਵਿੱਚ ਹਥਿਆਰ ਸਪਲਾਈ ਕਰ ਰਿਹਾ ਸੀ। ਜਦੋਂ ਲੜਾਈ ਖਤਮ ਹੋਈ ਤਾਂ ਸਾਰੇ ਦੇਸ਼ ਪੈਸੇ ਦੀ ਕਮੀ ਨਾਲ ਜੂਝ ਰਹੇ ਸੀ। ਦੇਸ਼ਾਂ ਕੋਲ ਜੋ ਜਿੰਨਾ ਵੀ ਗੋਲਡ ਸੀ ਉਹ ਸਾਰਾ USA ਕੋਲ ਚਲਾ ਗਿਆ ਤੇ ਦੇਸ਼ਾਂ ਕੋਲ ਜਦੋਂ ਆਪਦਾ ਕੋਈ ਗੋਲਡ ਨਹੀਂ ਰਿਹਾ ਤਾਂ ਉਹ ਲੈਣ ਦੇਣ ਉਹਨਾਂ ਨੇ ਕਿਵੇਂ ਕਰਨਾ ਸੀਗਾ। ਇਹ ਬਹੁਤ ਵੱਡੀ ਸਮੱਸਿਆ ਹੋ ਗਈ, ਕਿਉਂਕਿ ਗੋਲਡ ਤੋਂ ਬਿਨਾਂ ਕਰੰਸੀ ਪ੍ਰਿੰਟ ਨਹੀਂ ਹੋ ਸਕਦੀ ਸੀ। ਹੌਲੀ ਹੌਲੀ ਫਿਰ ਸਾਰੇ ਦੇਸ਼ ਆਪਣੇ ਹਾਲਾਤ ਸੁਧਾਰਨ ਲੱਗੇ, ਪਰ ਉਦੋਂ ਤੱਕ ਫਿਰ ਵਰਲਡ ਵਾਰ 2 ਸ਼ੁਰੂ ਹੋ ਗਈ। ਇਹ ਇਤਿਹਾਸ ਦੀ ਸਭ ਤੋਂ ਮਹਿੰਗੀ ਲੜਾਈ ਮੰਨੀ ਜਾਂਦੀ ਹੈ। ਇਸ ਨਾਲ ਸਾਰੇ ਦੇਸ਼ ਕਰਜ਼ੇ 'ਚ ਡੁੱਬ ਗਏ ਸੀ ਤੇ USA ਨੇ ਬੜੇ ਜ਼ੋਰਦਾਰ ਤਰੀਕੇ ਨਾਲ ਹਥਿਆਰ ਵੇਚੇ ਤੇ ਕਹਿ ਸਕਦੇ ਹਾਂ ਅਮਰੀਕਾ ਨੇ ਬਹੁਤ ਵੱਡੀ ਚਾਲ ਖੇਡੀ। USA ਕੋਲ ਗੋਲਡ ਦੇ ਢੇਰ ਲੱਗ ਗਏ। ਦੁਨੀਆ ਦਾ 80% ਗੋਲਡ USA ਕੋਲ ਚਲਾ ਗਿਆ। ਹੁਣ ਗੋਲਡ ਸਟੈਂਡਰਡ ਵਾਲਾ ਫਾਰਮੂਲਾ ਨਹੀਂ ਚੱਲ ਰਿਹਾ ਸੀ, ਕਿਉਂਕਿ ਗੋਲਡ ਦੇ ਬਦਲੇ ਨੋਟ ਛਾਪਦੇ ਸੀ ਤੇ ਹੁਣ ਗੋਲਡ ਹੀ ਨਹੀਂ ਹੈਗਾ ਤੇ ਸਰਕਾਰਾਂ ਨੇ ਨੋਟ ਕਿਵੇਂ ਛਾਪਣੇ ਸੀ। ਇਸ ਲਈ 1944 'ਚ ਸਾਰੇ ਦੇਸ਼ਾਂ ਦੀ ਇੱਕ ਮੀਟਿੰਗ ਹੋਈ ਜਿਸ ਨੂੰ ਬ੍ਰੈਟਨ ਵੁਡਸ ਕਾਨਫਰੰਸ ਕਿਹਾ ਜਾਂਦਾ ਹੈ। ਇਹਦੇ 'ਚ 2 ਸੰਸਥਾ ਬਣਾਈਆਂ ਗਈਆਂ, ਇੱਕ IMF ਤੇ ਇੱਕ IBRD।
IBRD ਦਾ ਕੰਮ ਸੀ ਜਿਹੜੇ ਦੇਸ਼ ਲੜਾਈ 'ਚ ਪੂਰੀ ਤਰ੍ਹਾਂ ਕੰਗਾਲ ਹੋ ਚੁੱਕੇ ਹਨ ਉਹਨਾਂ ਦੀ ਮਦਦ ਕਰਨੀ, ਉਹਨਾਂ ਨੂੰ ਲੋਨ ਦੇਣੇ ਤੇ ਉਹਨਾਂ ਨੂੰ ਦੁਬਾਰਾ ਖੜੇ ਕਰਨਾ। ਇਸ ਨੂੰ ਅੱਜ ਦੇ ਦਿਨ ਵਰਲਡ ਬੈਂਕ ਕਿਹਾ ਜਾਂਦਾ ਹੈ। IMF ਦਾ ਕੰਮ ਸੀ ਵੀ ਦੇਸ਼ ਇੱਕ ਦੂਜੇ ਨਾਲ ਲੈਣ ਦੇਣ ਕਰ ਸਕਣ, ਉਹਦੇ ਵਿੱਚ ਦੇਸ਼ਾਂ ਦੀ ਹੈਲਪ ਕਰਨੀ। ਇਹਦੇ 'ਚ ਇਹ ਤੈਅ ਹੋਇਆ ਸੀ ਕਿ ਦੂਜੇ ਦੇਸ਼ਾਂ ਕੋਲ ਗੋਲਡ ਨਹੀਂ ਹੈਗਾ, ਸਾਰੇ ਦੇਸ਼ USA ਡਾਲਰ ਵਿੱਚ ਲੈਣ ਦੇਣ ਕਰਨਗੇ ਕਿਉਂਕਿ USA ਕੋਲ ਦੁਨੀਆ ਦਾ 80% ਗੋਲਡ ਹੈਗਾ ਤੇ ਜਦੋਂ ਵੀ ਕਿਸੇ ਵੀ ਦੇਸ਼ ਨੂੰ ਗੋਲਡ ਦੀ ਲੋੜ ਪਵੇ ਤਾਂ ਉਹ USA ਡਾਲਰ USA ਸਰਕਾਰ ਨੂੰ ਦੇ ਕੇ ਗੋਲਡ ਲੈ ਸਕਦੀ ਹੈ। ਦੇਸ਼ਾਂ ਨੂੰ USA ਨੇ ਇਹ ਕਹਿ ਦਿੱਤਾ ਸੀ ਵੀ ਕੋਈ ਵੀ ਸਾਡੇ ਕੋਲ ਡਾਲਰ ਲੈ ਕੇ ਆਵੇ ਤੇ ਗੋਲਡ ਲੈ ਸਕਦਾ ਹੈ ਜਾਂ ਗੋਲਡ ਲੈ ਕੇ ਆਵੇ ਤਾਂ ਡਾਲਰ ਲੈ ਸਕਦਾ ਹੈ। 1 ਔਂਸ ਗੋਲਡ ਦੀ ਵੈਲਿਊ ਉਹਨਾਂ ਨੇ $35 ਰੱਖੀ ਤੇ 1 ਔਂਸ ਗੋਲਡ ਵਿੱਚ 28 ਗ੍ਰਾਮ ਹੁੰਦੇ। ਇਹਦੇ ਨਾਲ ਕੀ ਹੋਇਆ ਕਿ ਸਾਰੇ ਦੇਸ਼ ਆਪਣੇ ਕੋਲ USA ਡਾਲਰ ਨੂੰ ਹੀ ਐਜ਼ ਏ ਗੋਲਡ ਰਿਜ਼ਰਵ ਰੱਖਣ ਲੱਗ ਪਏ। ਅੱਜ ਵੀ ਸਾਰੇ ਦੇਸ਼ ਗੋਲਡ ਘੱਟ ਰਿਜ਼ਰਵ ਕਰਕੇ ਰੱਖਦੇ ਆ, US ਡਾਲਰ ਨੂੰ ਜ਼ਿਆਦਾ ਸੇਵ ਕਰਕੇ ਰੱਖਦੇ ਆ। ਇਸੇ ਕਰਕੇ US ਡਾਲਰ ਦਾ ਰੇਟ ਦਿਨੋਂ ਦਿਨ ਉੱਪਰ ਜਾ ਰਿਹਾ। ਹੁਣ ਇਸ ਸਮੇਂ ਤੇ ਆ ਕੇ ਸਾਰੇ ਦੇਸ਼ਾਂ ਦੀ ਇਹ ਮਜਬੂਰੀ ਬਣ ਚੁੱਕੀ ਸੀ ਵੀ ਉਹ USA ਡਾਲਰ ਵਿੱਚ ਹੀ ਲੈਣ ਦੇਣ ਕਰਨ ਕਿਉਂਕਿ ਸਾਰੇ ਦੇਸ਼ਾਂ ਨੂੰ ਸਿਰਫ USA ਡਾਲਰ ਤੇ ਹੀ ਟਰਸਟ ਸੀਗਾ ਕਿਉਂਕਿ ਸਿਰਫ USA ਕੋਲ ਹੀ ਸਭ ਤੋਂ ਵੱਧ ਗੋਲਡ ਸੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਵੀ ਕਰੰਸੀਆਂ ਦੇ ਰੇਟ ਵੱਧ ਜਾਂ ਘੱਟ ਕਰਨ ਵਿੱਚ ਇਹ ਫੈਸਲਾ ਕੌਣ ਕਰਦਾ ਹੈ ਵੀ $1 ਦੇ ਬਦਲੇ 70 ਰੁਪਏ ਹੋਣਗੇ ਜਾਂ 80 ਹੋਣਗੇ ਜਾਂ 60 ਹੋਣਗੇ, ਇਹ ਕੌਣ ਤੈਅ ਕਰਦਾ। 1947 ਵਿੱਚ $1 1 ਰੁਪਏ ਦੇ ਬਰਾਬਰ ਸੀ। ਹਾਂਜੀ, 1947 ਵਿੱਚ $1 1 ਰੁਪਏ ਦੇ ਬਰਾਬਰ ਸੀ। $1 ਤੇ ਪਰ ਅੱਜ $1 80 ਰੁਪਏ ਦੇ ਬਰਾਬਰ ਆ। ਇਸ ਤਰ੍ਹਾਂ ਕਿਉਂ ਹੁੰਦਾ? ਜੇ ਆਪਾਂ ਕਿਸੇ ਦੇਸ਼ ਤੋਂ ਕੁਝ ਲੈਣਾ ਹੈ ਤਾਂ ਆਪਾਂ ਨੂੰ ਉਹ ਪੇਮੈਂਟ ਉਹਨਾਂ ਦੀ ਕਰੰਸੀ ਵਿੱਚ ਹੀ ਕਰਨੀ ਪੈਂਦੀ ਹੈ। ਜੇ ਆਪਾਂ ਕਿਸੇ ਦੇਸ਼ 'ਚ ਜਾਂਦੇ ਹਾਂ ਤਾਂ ਆਪਾਂ ਨੂੰ ਪਹਿਲਾਂ ਆਪਣੀ ਕਰੰਸੀ ਉਹਨਾਂ ਦੀ ਕਰੰਸੀ ਨਾਲ ਐਕਸਚੇਂਜ ਕਰਨੀ ਪੈਂਦੀ ਹੈ। ਉਦਾਹਰਨ ਲਈ ਆਪਾਂ ਸਮਝ ਲੈਂਦੇ ਹਾਂ, ਜਿਵੇਂ ਆਪਾਂ ਆਈਲੈਟਸ ਕਰਨ ਤੋਂ ਬਾਅਦ ਕਿਸੇ ਉੱਧਰ ਦੇ ਕਾਲਜ 'ਚ ਐਡਮਿਸ਼ਨ ਕਰਵਾਉਂਦੇ ਹਾਂ ਤੇ ਆਪਾਂ ਨੂੰ ਉਹ ਐਡਮਿਸ਼ਨ ਡਾਲਰਾਂ 'ਚ ਕਰਵਾਉਣੀ ਪੈਂਦੀ ਹੈ। ਤੇ ਇੱਥੇ ਵੀ ਸੇਮ ਉਹੀ ਐਗਜ਼ਾਮਪਲ ਕੰਮ ਕਰਦੀ ਹੈ ਜੋ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਸੈਕਿੰਡ ਹੈਂਡ ਮੋਬਾਈਲ ਵੇਚਣ ਵਾਲੀ ਲਈ ਸੀਗੀ। ਜਿਸ ਦੇਸ਼ ਦੀ ਕਰੰਸੀ ਦੀ ਡਿਮਾਂਡ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੋਊਗੀ ਉਸੇ ਕਰੰਸੀ ਦਾ ਰੇਟ ਹਾਈ ਹੋਊਗਾ। ਜਿਵੇਂ ਕਿ ਹੁਣ ਸਾਰੇ ਦੇਸ਼ਾਂ ਨੂੰ USA ਕਰੰਸੀ ਮਤਲਬ ਡਾਲਰ ਦੀ ਲੋੜ ਆ, ਇਸ ਕਰਕੇ ਦਿਨ ਪ੍ਰਤੀ ਦਿਨ ਡਾਲਰ ਉੱਪਰ ਜਾ ਰਿਹਾ ਕਿਉਂਕਿ ਹੁਣ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਹੋਈ ਆ। ਸੇਮ ਵਰਲਡ ਵਾਰ 2 ਵਾਲਾ ਸੀਨ ਆ, ਹੁਣ ਵੀ ਲੜਾਈ ਲੱਗੀ ਹੋਈ ਆ ਤੇ ਸਾਰਾ ਦੇਸ਼ ਤੇਲ ਦੀ ਕਮੀ ਨਾਲ ਜੂਝ ਰਿਹਾ। ਇਸ ਕਰਕੇ USA ਡਾਲਰ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਪਰ USA ਡਾਲਰ ਇੰਨਾ ਨਹੀਂ ਛਪਦਾ ਵੀ ਸਾਰੇ ਦੇਸ਼ਾਂ ਵਿੱਚ ਵੰਡਿਆ ਜਾ ਸਕੇ ਜਾਂ ਰਿਜ਼ਰਵ ਕਰਕੇ ਰੱਖਿਆ ਜਾ ਸਕੇ। ਇਸ ਕਰਕੇ US ਡਾਲਰ ਦੀ ਸਪਲਾਈ ਘੱਟ ਆ ਤੇ ਡਿਮਾਂਡ ਜ਼ਿਆਦਾ। ਇਸ ਕਰਕੇ ਡਾਲਰ ਦਿਨ ਪ੍ਰਤੀ ਦਿਨ ਉੱਪਰ ਜਾ ਰਿਹਾ। ਸਿਰਫ ਇੰਡੀਆ ਹੀ ਇਸ ਮਾਰਚ ਨਹੀਂ ਹੈਗਾ ਵੀ ਇੰਡੀਆ ਰੁਪਈਆ ਹੀ ਥੱਲੇ ਟਿਕਿਆ। ਕੁੱਲ ਮਿਲਾ ਕੇ ਦੁਨੀਆ ਦੇ ਹਰੇਕ ਦੇਸ਼ ਦੀ ਇਸ ਸਮੇਂ ਇਹੀ ਹਾਲਤ ਆ ਵੀ ਉਹਨਾਂ ਦੀ ਕਰੰਸੀ ਡਾਊਨ ਜਾ ਰਹੀ ਆ ਤੇ ਡਾਲਰ ਉੱਪਰ ਜਾ ਰਿਹਾ ਕਿਉਂਕਿ ਡਾਲਰ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਚੁੱਕੀ ਆ ਲੜਾਈ ਲੱਗੀ ਹੋਣ ਕਰਕੇ। ਜੇ ਹਜੇ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੋਵੇ ਜਾਂ ਉਹਨਾਂ ਦੇ ਮਨ 'ਚ ਪ੍ਰਸ਼ਨ ਹੋਵੇ ਤਾਂ ਉਹ ਕਮੈਂਟ ਕਰ ਸਕਦੇ ਆ। ਇਸ ਵੀਡੀਓ ਨੂੰ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।